आदाब नमस्कार सत श्रीकाल जी। प्रोग्राम देख रहे सारे दर्शकों निੱਘਾ स्वागत है जी। जेकर तुसी भी इमीग्रेशन सलाहकार हो या वीज़ा एक्सपर्ट हो, तुसी भी साडे शो ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਸਿੰਘ ਭਾਟੀਆ, ਡਾਇਰੈਕਟਰ ਲੈਂਡਮਾਰਕ ਇਮੀਗ੍ਰੇਸ਼ਨ। ਸਾਰਿਆਂ ਨੂੰ ਇਹ ਹਰ ਵਾਰੀ ਮੈਂ ਰੂਬਰੂ ਹੋਣ ਦੀ ਕੋਸ਼ਿਸ਼ ਕਰ ਰਿਹਾ ਇਸ ਔਖੇ ਟਾਈਮ ਦੀ ਘੜੀ ਵੀ, ਤਾਂ ਕਿ ਜਿੰਨੀ ਕਨਫਿਊਜ਼ਨ ਹੈ ਸਟੂਡੈਂਟਸ ਨੂੰ ਜਾਂ ਪੇਰੈਂਟਸ ਨੂੰ ਮੈਂ ਦੂਰ ਕਰ ਸਕਾਂ। ਸੋ ਸਾਡੀ ਕੰਪਨੀ ਦੀ ਇਹੀ ਹਮੇਸ਼ਾ ਪੋਲਿਸੀ ਰਹਿੰਦੀ ਹੈ ਕਿ ਕਲਾਇੰਟਸ ਨੂੰ ਅਪਡੇਟਡ ਇਨਫੋਰਮੇਸ਼ਨ ਦਿੱਤੀ ਜਾਵੇ, ਕਲਾਇੰਟਸ ਨਾਲ ਰਾਬਤਾ ਕਾਇਮ ਰੱਖਿਆ ਜਾਏ, ਚਾਹੇ ਉਹ ਟੀਵੀ ਦੇ ਥਰੂ ਹੈ, ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਹੈ, YouTube Facebook ਜਾਂ ਕਿਸੇ ਵੀ ਥਰੂ। ਔਰ ਸਾਡੇ ਇਹ ਜਿਹੜੇ फ़ोन ਨੰਬਰ ਸੀ, ਉਹ ਜਦੋਂ ਆਫਿਸ ਬੰਦ ਸੀ ਲੋਕਡਾਊਨ ਦੇ ਦੌਰਾਨ ਵੀ ਸਾਡੇ फ़ोन ਨੰਬਰਸ, ਕੁਝ ਮੋਬਾਈਲ ਨੰਬਰ ਅਸੀਂ ਅਪਡੇਟ ਕਰਤੇ ਸੀ ਸਾਰੇ ਜਗ੍ਹਾ 'ਤੇ, ਤਾਂ ਕਿ ਕਲਾਇੰਟ ਨੂੰ ਕੋਈ ਔਖ ਦਾ ਸਾਹਮਣਾ ਨਾ ਕਰਨਾ ਪਏ। ਸੋ ਇਸੇ ਕਰਕੇ ਸਾਡੇ YouTube ਪੇਜ 'ਤੇ ਵੀ ਬਹੁਤ ਸਬਸਕ੍ਰਾਈਬਰ ਹੈ ਔਰ Facebook ਪੇਜ 'ਤੇ ਵੀ ਸਾਡੇ ਨਾਲ 3 ਲੱਖ ਤੋਂ ਵੱਧ ਲੋਕ ਜੁੜੇ ਹੋਏ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਦਾ, ਜਿਹੜੇ ਕਿ ਸਾਰੇ ਟਾਈਮ ਟੂ ਟਾਈਮ ਜਿਨ੍ਹਾਂ ਨੂੰ ਅਪਡੇਟ ਮਿਲ ਰਿਹਾ। ਸੋ ਤੁਹਾਨੂੰ ਪਤਾ ਹੀ ਹੋਏਗਾ 40 ਤੋਂ ਵੱਧ ਕਾਲਜ ਦੇ ਨੁਮਾਇੰਦਿਆਂ ਨੇ ਸਾਡੇ Facebook ਪੇਜ ਔਰ YouTube ਪੇਜ 'ਤੇ ਆ ਕੇ ਆਪਣੇ ਕਾਲਜ ਬਾਰੇ ਦੱਸਿਆ, ਕਰੋਨਾ ਵਾਇਰਸ ਦੀ ਸਿਚੁਏਸ਼ਨ ਬਾਰੇ ਦੱਸਿਆ ਔਰ ਸਟੂਡੈਂਟਸ ਨੂੰ ਦੱਸਿਆ ਕਿ ਆਉਣ ਵਾਲੇ ਇਨਟੇਕ ਕਿਹੜੇ-ਕਿਹੜੇ ਹੈਗੇ ਆ। ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਇਨਟੇਕਸ ਦੀ, ਕਿਉਂਕਿ ਸਟੂਡੈਂਟਸ ਬਹੁਤ ਸਾਰੇ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਆਈਲੈਟਸ ਦੇ ਐਗਜ਼ਾਮ ਦਿੱਤੇ ਹੋਏ ਆ ਔਰ ਆਉਣ ਵਾਲੇ ਇਨਟੇਕਸ 'ਚ ਅਪਲਾਈ ਕਰਨਾ ਚਾਹੁੰਦੇ ਨੇ, ਬਟ ਕਨਫਿਊਜ਼ ਹੈ ਕਿ ਕਰੋਨਾ ਵਾਇਰਸ ਨੇ ਕਿਵੇਂ ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਥੋੜ੍ਹਾ ਜਿਹਾ ਡਿਲੇ ਕਰਤਾ। ਜ਼ਰੂਰ ਡਿਲੇ ਜ਼ਰੂਰ ਹੋ ਰਿਹਾ, ਪਰ ਸੁਪਨਾ ਪੂਰਾ ਜ਼ਰੂਰ ਹੋਏਗਾ, ਕਿਉਂਕਿ ਪੋਜ਼ੀਟਿਵ ਨਿਊਜ਼ ਹੀ ਸਾਰੇ ਪਾਸੋਂ ਆ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਿ ਇਟਲੀ ਔਰ ਇਜ਼ਰਾਈਲ ਨੇ ਵੈਕਸੀਨ ਵੀ ਪੇਟੈਂਟ ਕਰਾਉਣ ਦਾ ਕੰਮ ਸ਼ੁਰੂ ਕਰਤਾ ਹੈ। ਸੋ ਪਰ ਇਸ ਚੀਜ਼ ਨੂੰ ਵੀ ਪੋਜ਼ੀਟਿਵ ਨਿਊਜ਼ ਦੇ ਆਉਣ ਨਾਲ ਇਸ ਚੀਜ਼ ਨੂੰ ਵੀ 6 ਮਹੀਨੇ ਲੱਗ ਜਾਣਗੇ ਤਾਂ ਕਿ ਜੋ ਵੈਕਸੀਨ ਸਭ ਥਾਂ 'ਤੇ ਪਹੁੰਚ ਪਾਏ। ਸੋ ਸਾਰਿਆਂ ਨੂੰ ਇਹ ਪਤਾ ਹੀ ਹੋਣਾ ਕਿ ਦਵਾਈ ਵੀ ਬਣ ਰਹੀ ਹੈ ਕਰੋਨਾ ਵਾਇਰਸ ਦੀ, ਔਰ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਸਾਰੇ ਦੇਸ਼ ਨੀਤੀਆਂ ਬਣਾ ਰਹੇ ਆ ਕਿ ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਇਆ ਜਾ ਸਕੇ। ਸੋ ਨਿਊਜ਼ੀਲੈਂਡ ਨੇ ਵੀ ਬਹੁਤ ਜ਼ਿਆਦਾ ਨਿਊਜ਼ ਦਿੱਤੀ ਕਿ ਨਿਊਜ਼ੀਲੈਂਡ ਲਈ ਵੀ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਇੰਡਸਟਰੀ ਹੈਗੀ ਆ ਬਹੁਤ ਇੰਪੋਰਟੈਂਟ ਹੈ, ਉਹਨੂੰ ਇਗਨੋਰ ਨਹੀਂ ਕਰ ਸਕਦੇ ਔਰ ਕੋਈ ਨਾ ਕੋਈ ਉਹ ਜ਼ਰੂਰ ਇੱਦਾਂ ਦਾ ਕਦਮ ਚੁੱਕਣਗੇ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦੇ ਹਿੱਤ 'ਚ ਹੋਏਗਾ, ਜਿੰਨੇ ਵੀ ਸਟੂਡੈਂਟਸ ਨਿਊਜ਼ੀਲੈਂਡ ਆਉਣਾ ਚਾਹੁੰਦੇ ਨੇ। ਸੋ ਜੇ ਕੈਨੇਡਾ ਦੀ ਵੀ ਗੱਲ ਕਰੀਏ, ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਪਿੱਛੋਂ 3 ਦਿਨ ਪਹਿਲਾਂ ਇੰਟਰਵਿਊ ਦਿੱਤੀ, ਉਹਦੇ ਵਿੱਚ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਕੈਨੇਡਾ ਦੀ ਇਕੋਨਮੀ ਵਿੱਚ। ਸੋ ਜਿੰਨੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੱਡੇ ਪੱਧਰ 'ਤੇ ਵੀਜ਼ਾ ਦਿੱਤੇ ਜਾਣਗੇ, ਬਟ ਇਹ ਨਾ ਸਮਝੋ ਕਿ ਕੋਈ ਰਿਕੁਆਇਰਮੈਂਟਸ ਰਿਲੈਕਸੇਸ਼ਨ ਦੀ ਅਨਾਊਂਸਮੈਂਟ ਹੋਈ ਹੈ ਜਾਂ ਕੋਈ ਇੱਦਾਂ ਦੀ ਅਨਾਊਂਸਮੈਂਟ ਹੋ ਗਈ ਹੈ ਜਿਹਦੇ ਨਾਲ ਹਰ ਸਟੂਡੈਂਟ ਨੂੰ ਕੋਈ ਨਾ ਕੋਈ ਏਜੰਟ ਕਿਤੇ ਨਾ ਕਿਤੇ ਮਿਸਗਾਈਡ ਕਰਨਾ ਸ਼ੁਰੂ ਕਰ ਦੇ। ਸੋ ਵੱਡੇ ਪੱਧਰ 'ਤੇ ਮਤਲਬ ਜਿਹੜੇ ਐਲੀਜੀਬਲ ਹੋਣਗੇ ਉਹਨਾਂ ਨੂੰ ਵੀਜ਼ਾ ਮਿਲੇਗਾ, ਨਾ ਕਿ ਵਿਦਆਊਟ ਆਈਲੈਟਸ ਵੀਜ਼ਾ ਮਿਲੇਗਾ। ਸੋ ਇਹ ਜ਼ਰੂਰ ਧਿਆਨ ਰੱਖਣਾ, ਕਿਉਂਕਿ ਮੈਂ ਪਿੱਛੇ ਦੇਖਦਾ ਆਇਆ ਕਿ ਕੁਝ ਐਡਸ ਇੱਦਾਂ ਦੀਆਂ ਵੀ ਸਟੂਡੈਂਟਸ ਤੱਕ ਪਹੁੰਚੀਆਂ ਜਿਹੜੀਆਂ ਕਿ ਸਟੂਡੈਂਟਸ ਨੂੰ ਮਿਸਗਾਈਡ ਕਰ ਰਹੀਆਂ ਸੀ। ਬਿਲਕੁਲ ਧਿਆਨ ਰੱਖੋ ਕਿ ਜ਼ਰੂਰ ਪੋਜ਼ੀਟਿਵ ਨਿਊਜ਼ ਆ ਰਹੀ ਹੈ, ਉਸ ਨਿਊਜ਼ ਨੂੰ ਕੋਈ ਤੁਹਾਨੂੰ ਮੋੜ ਤੋੜ ਕੇ ਨਾ ਦੱਸ ਰਿਹਾ ਹੋਵੇ ਜਿਹਦਾ ਤੁਹਾਡੇ 'ਤੇ ਮਿਸਗਾਈਡੈਂਸ ਹੋ ਜਾਏ। ਸੋ ਅੱਜ ਦੀ ਡੇਟ 'ਚ ਵੀ ਲੋਕਾਂ ਨੂੰ ਪੂਰੀ ਇਨਫੋਰਮੇਸ਼ਨ ਰੱਖਣੀ ਚਾਹੀਦੀ ਹੈ ਕਿ ਕੀ ਚੱਲ ਰਿਹਾ ਹੈ ਐਜੂਕੇਸ਼ਨ ਇੰਡਸਟਰੀ 'ਚ। ਸੋ ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਕਿ ਆਪਣੇ ਸ਼ੋਅ ਦੇ ਵਿੱਚ ਸਾਰੇ ਸਟੂਡੈਂਟਸ ਨੂੰ, ਪੇਰੈਂਟਸ ਨੂੰ ਦੱਸ ਸਕੀਏ ਕਿ ਕੀ ਅਪਡੇਟਸ ਆ ਰਹੇ ਹੈ। ਸੋ ਕੈਨੇਡਾ ਤੋਂ ਵੀ ਅਪਡੇਟ ਆਇਆ ਕਿ ਜਿਹੜੇ ਅਸੈਂਸ਼ੀਅਲ ਵਰਕਰਸ ਹੈਗੇ ਹੈ, ਜਿਹੜੇ ਕਿ ਅਸੈਂਸ਼ੀਅਲ ਵਰਕਰਸ ਹੈ ਜਿਨ੍ਹਾਂ ਕੋਲ ਵਰਕ ਪਰਮਿਟ ਹੋਲਡਰਸ ਹੈ, ਉਹ ਕੈਨੇਡਾ ਆ ਸਕਣਗੇ ਜਦੋਂ ਵੀ ਫਲਾਈਟਸ ਖੁੱਲ੍ਹਦੀਆਂ, ਬਟ ਨੌਨ ਅਸੈਂਸ਼ੀਅਲ ਟਰੈਵਲ ਕੈਨੇਡਾ ਦਾ ਨਹੀਂ ਪੋਸੀਬਲ ਹੋਏਗਾ। ਸੋ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਹੈ ਉਹ ਕੈਨੇਡਾ ਨਹੀਂ ਜਾ ਪਾਉਣਗੇ। ਔਰ ਸਟੂਡੈਂਟਸ ਨੂੰ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 18 ਮਾਰਚ ਤੋਂ ਪਹਿਲਾਂ ਜਿਨ੍ਹਾਂ ਦੇ ਵੀਜ਼ਾ ਲੱਗ ਚੁੱਕੇ ਨੇ ਉਹ ਕੈਨੇਡਾ ਜਾ ਪਾਉਣਗੇ ਜਦੋਂ ਵੀ ਫਲਾਈਟਸ ਖੁੱਲ੍ਹਦੀਆਂ ਨੇ। ਸੋ ਇੱਕ ਹੋਰ ਵੀ ਇਨਫੋਰਮੇਸ਼ਨ ਆਈ ਹੈ ਕਿ PR ਦੇ ਉੱਤੇ ਵੀ ਕੈਨੇਡਾ ਬਹੁਤ ਵੱਡੇ ਪੱਧਰ 'ਤੇ ਪਰਮਾਨੈਂਟ ਰੈਜ਼ੀਡੈਂਸੀ ਖੋਲ੍ਹੇਗਾ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਵੀ ਇਹ ਸਿਚੁਏਸ਼ਨ ਨਾਰਮਲ ਹੋ ਜਾਂਦੀ ਹੈ। ਸੋ ਜਿੰਨੇ ਵੀ ਲੋਕ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਪੋਜ਼ੀਟਿਵ ਨਿਊਜ਼ ਆਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਓਨਟਾਰੀਓ ਨੇ ਫੇਸ ਵਾਈਜ਼ ਆਪਣਾ ਪ੍ਰੋਵਿੰਸ ਓਪਨ ਕਰਨਾ ਸ਼ੁਰੂ ਕਰਤਾ ਹੈ। ਸੋ ਨੌਨ ਅਸੈਂਸ਼ੀਅਲ ਬਿਜ਼ਨਸ ਸਰਵਿਸਿਜ਼ ਨੂੰ ਵੀ, ਪਹਿਲਾਂ ਸਿਰਫ ਦਵਾਈਆਂ ਦੀਆਂ ਜਾਂ ਫੂਡ ਦੀਆਂ ਮਾਰਕੀਟ ਸਿਰਫ ਖੁੱਲ੍ਹੀਆਂ ਸੀ, ਹੁਣ ਨੌਨ ਅਸੈਂਸ਼ੀਅਲ ਬਿਜ਼ਨਸ ਵੀ, ਸਮਾਲ ਬਿਜ਼ਨਸਿਸ ਵੀ ਓਪਨ ਹੋਣੇ ਸ਼ੁਰੂ ਹੋ ਗਏ ਆ। ਸੋ ਪੋਜ਼ੀਟਿਵਿਟੀ ਹੈਗੀ ਹੈ ਕਿਉਂਕਿ ਕੇਸਿਸ ਡਿਕਲਾਈਨ ਵੱਲ ਹੈਗੇ ਆ ਕਰੋਨਾ ਵਾਇਰਸ ਦੇ ਕੈਨੇਡਾ ਵਿੱਚ। ਸੋ ਜਿੰਨੇ ਵੀ ਸਟੂਡੈਂਟ ਹੈਗੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਮਬੈਸੀ ਨੇ ਦੁਬਾਰਾ ਤੋਂ ਪ੍ਰੋਸੈਸਿੰਗ ਥੋੜ੍ਹੀ ਜਿਹੀ ਸਟਾਰਟ ਕਰਤੀ ਹੈ ਔਰ ਕੁਝ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਹੈ। ਕੁਝ ਪੋਜ਼ੀਟਿਵ ਰਿਜ਼ਲਟਸ ਆਏ ਹੈ ਸਾਡੇ ਪਿਛਲੇ ਪਰਸੋਂ ਔਰ ਸਟੂਡੈਂਟਸ ਨੂੰ ਵੀਜ਼ਾ ਅਪਰੂਵ ਹੋ ਕੇ ਵੀ ਆਏ ਹੈ। ਸੋ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਕਿ ਅੱਜ ਦੀ ਡੇਟ 'ਚ ਹੁਣ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਇਹ ਸਵਾਲ ਸੀ
ਕਿ ਪ੍ਰੋਸੈਸਿੰਗ ਕਦੋਂ ਸ਼ੁਰੂ ਹੋਏਗੀ, ਕਦੋਂ ਸਾਡੇ ਰਿਜ਼ਲਟਸ ਆਣਗੇ। ਕਾਫੀ ਸਾਰੇ ਸਟੂਡੈਂਟਸ ਇਦਾਂ ਦੇ ਆ ਜਿਨ੍ਹਾਂ ਦੀਆਂ ਫੈਬਰਰੀ ਮਾਰਚ ਦੀਆਂ ਫਾਈਲਾਂ ਐਮਬੈਸੀ 'ਚ ਸਬਮਿਟ ਹੋਈਆਂ ਪਰ ਉਹਨਾਂ ਨੂੰ ਰਿਜ਼ਲਟ ਨਹੀਂ ਮਿਲ ਪਾ ਰਿਹਾ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ ਕਿ ਮੈਂ ਜਿਵੇਂ ਕਿ ਕਿਹਾ ਸੀ ਪਿਛਲੇ ਸ਼ੋਅ ਦੇ ਦੌਰਾਨ ਵੀ ਕਿ ਮਈ ਵਿੱਚ ਪ੍ਰੋਸੈਸਿੰਗ ਸ਼ੁਰੂ ਹੋਏਗੀ ਔਰ ਪ੍ਰੋਸੈਸਿੰਗ ਸ਼ੁਰੂ ਹੋ ਚੁੱਕੀ ਹੈ। ਰਿਜ਼ਲਟਸ ਆਣੇ ਸ਼ੁਰੂ ਹੋ ਚੁੱਕੇ ਹੈ ਕੈਨੇਡਾ ਹਾਈ ਕਮਿਸ਼ਨ ਵੱਲੋਂ। ਸੋ ਜਿੰਨੇ ਵੀ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਨੇ ਆਉਣ ਵਾਲੇ ਇਨਟੇਕਸ ਦਾ, ਉਹਨਾਂ ਦੀ ਗੱਲ ਕਰਦੇ ਹਾਂ ਕਿ ਜਿੰਨੇ ਵੀ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਹੈ ਸਪਟੈਂਬਰ ਇਨਟੇਕਸ ਲਈ ਕਾਫੀ ਸਾਰੇ ਕਾਲਜਸ ਓਪਨ ਹੈਗੇ ਹੈ। ਫਿਰ ਉਸ ਤੋਂ ਬਾਅਦ ਕੁਐਸਚਨ ਆਉਂਦਾ ਕਿ ਸਪਟੈਂਬਰ ਇਨਟੇਕ ਰੈਗੂਲਰ ਇਨਟੇਕ ਲੱਗੇਗਾ ਕਿ ਫਲਾਈਟਾਂ ਖੁੱਲਣਗੀਆਂ ਕਿ ਨਹੀਂ ਖੁੱਲਣਗੀਆਂ। ਸੋ ਮੇਰੇ ਸਾਰੇ ਸਟੂਡੈਂਟਸ ਨੂੰ ਇਹ ਦੱਸਦਾ ਕਿ ਫਲਾਈਟਾਂ ਖੁੱਲ੍ਹਣ ਬਾਰੇ ਹੱਲੇ ਕੋਈ ਵੀ ਅਪਡੇਟ ਨਹੀਂ ਆਇਆ। ਸੋ ਇਹ ਸਾਰੇ ਅਪਡੇਟ ਮੇਰੇ ਹਿਸਾਬ ਨਾਲ ਮਿਡ ਆਫ ਜੁਲਾਈ 'ਚ ਅਸੀਂ ਐਕਸਪੈਕਟ ਕਰ ਸਕਦੇ ਹਾਂ। ਸੋ ਸਾਰੇ ਸਟੂਡੈਂਟਸ ਇਸ ਚੀਜ਼ ਨੂੰ ਧਿਆਨ 'ਚ ਰੱਖਣ। ਤੁਸੀਂ ਜੇ ਸਪਟੈਂਬਰ ਇਨਟੇਕ ਅਪਲਾਈ ਕਰਦੇ ਹੋ ਔਰ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਉਂਦੇ ਹੋ ਇੱਕ ਸਰਕਾਰੀ ਕਾਲਜ ਦੀ, ਤੁਹਾਡੀ ਫੀਸ ਸੇਫ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਸਪਟੈਂਬਰ ਇਨਟੇਕ 'ਚ ਜੇ ਫਲਾਈਟਾਂ ਨਹੀਂ ਖੁੱਲਣਗੀਆਂ ਤਾਂ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਸ਼ੁਰੂ ਕਰ ਸਕਦੇ ਹੋ ਔਰ ਜੇ ਤੁਸੀਂ ਆਨਲਾਈਨ ਕਲਾਸਿਸ ਨਹੀਂ ਸ਼ੁਰੂ ਕਰਨਾ ਚਾਹੁੰਦੇ ਤਾਂ ਤੁਸੀਂ ਡੈਫਰ ਕਰ ਸਕਦੇ ਹੋ ਜਨਵਰੀ ਇਨਟੇਕ ਲਈ। ਪਰ ਹੱਲੇ ਸਪਟੈਂਬਰ ਇਨਟੇਕਸ ਲਈ ਬਹੁਤ ਸਾਰੇ ਕਾਲਜ ਇੱਦਾਂ ਦੇ ਜਿਹੜੇ ਆਫਰ ਲੈਟਰਸ ਦੇ ਰਹੇ ਹਨ ਔਰ ਬਹੁਤ ਸਾਰੇ ਕੋਰਸਿਸ ਔਰ ਕਾਲਜਸ ਇੱਦਾਂ ਦੇ ਜਿਹੜੇ ਕਿ ਸਪਟੈਂਬਰ ਇਨਟੇਕ ਕਲੋਜ਼ ਕਰ ਚੁੱਕੇ ਨੇ ਔਰ ਜਨਵਰੀ ਇਨਟੇਕ ਵੀ ਓਪਨ ਹੈ ਬਹੁਤ ਸਾਰੇ ਕਾਲਜਸ ਦਾ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਆਉਣ ਵਾਲੇ ਸਪਟੈਂਬਰ ਇਨਟੇਕ 'ਚ ਜਾਂ ਜਨਵਰੀ ਇਨਟੇਕ 'ਚ, ਦਿੱਤੇ ਗਏ ਨੰਬਰਾਂ ਤੇ ਜਿਹੜੇ ਸਕਰੀਨ ਤੇ ਫਲੈਸ਼ ਹੋ ਰਹੇ ਨੇ 8968262626 9041057722 ਤੇ ਤੁਸੀਂ ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ ਸਾਨੂੰ ਸਵਾਲ ਜਿਹੜੇ ਵੀ ਤੁਹਾਡੇ ਮਨ 'ਚ ਚੱਲ ਰਹੇ ਨੇ। ਨਹੀਂ ਤਾਂ ਤੁਸੀਂ ਅਸੈਸਮੈਂਟ ਲਈ ਆਪਣੇ ਡਾਕੂਮੈਂਟਸ info@landmarkimmigration ਤੇ ਭੇਜੋ, ਜਿਹੜੀ ਕਿ ਸਾਡੀ ਈਮੇਲ ਆਈਡੀ ਸਕਰੀਨ ਤੇ ਫਲੈਸ਼ ਹੋ ਰਹੀ ਹੈ। ਮੈਂ ਖੁਦ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਡਾਕੂਮੈਂਟਸ ਅਸੈਸ ਕਰਾਂ ਔਰ ਤੁਹਾਨੂੰ ਰਿਪਲਾਈ ਕਰਾਂ ਜਲਦੀ ਤੋਂ ਜਲਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਅੱਜ ਦੀ ਡੇਟ 'ਚ ਸਟੂਡੈਂਟ ਬਹੁਤ ਕਨਫਿਊਜ਼ ਹੈ, ਉਹਨੂੰ ਆਪਸ਼ਨਸ ਨਹੀਂ ਮਿਲ ਪਾ ਰਹੀਆਂ, ਆਫਿਸਿਸ ਦੇ ਫੋਨ ਬੰਦ ਆ ਰਹੇ ਨੇ। ਪਰ ਕਨਫਿਊਜ਼ਨ ਦੂਰ ਕਰਨ ਵਾਸਤੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਇਹੀ ਕੋਸ਼ਿਸ਼ ਹੈਗੀ ਹੈ ਕਿ ਤੁਹਾਡੇ ਨਾਲ ਟਾਈਮ ਟੂ ਟਾਈਮ ਸਿਰ ਅਸੀਂ ਰੂਬਰੂ ਹੁੰਦੇ ਹਾਂ ਔਰ ਤੁਹਾਨੂੰ ਸ਼ੋਅ ਦੇ ਦੌਰਾਨ ਜਾਂ ਸਾਡੇ ਫੇਸਬੁੱਕ ਦੇ ਦੌਰਾਨ ਤੁਹਾਨੂੰ ਅਪਡੇਟਡ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਸੋ ਜਿਵੇਂ ਕਿ ਇੱਕ ਪੋਜ਼ਿਟਿਵ ਨਿਊਜ਼ ਆਈ ਹੈ ਕਿ ਐਮਬੈਸੀ ਨੇ ਆਪਣੇ ਰਿਜ਼ਲਟਸ ਸ਼ੁਰੂ ਕਰਤੇ ਨੇ। ਸੋ ਸਟੂਡੈਂਟਸ ਦੇ ਮਨ 'ਚ ਇਹੀ ਆਉਂਦਾ ਹੈ ਕਿ ਅਸੀਂ ਸਪਟੈਂਬਰ ਇਨਟੇਕ ਦੀਆਂ ਫਾਈਲ ਲੌਂਚ ਕਰਨੀਆਂ ਸ਼ੁਰੂ ਕਰ ਦਈਏ। ਜੀ ਹਾਂ, ਜੇ ਤੁਸੀਂ ਆਪਣੀ ਫੀਸ ਪੇ ਕੀਤੀ ਹੋਈ ਹੈ, GIC ਅਕਾਊਂਟ ਖੋਲ੍ਹਿਆ ਸੀ ਔਰ ਆਪਣਾ ਮੈਡੀਕਲ ਕਰਾਇਆ ਹੋਇਆ ਸੀ ਤਾਂ ਤੁਸੀਂ ਆਪਣੀਆਂ ਫਾਈਲ ਆਨਲਾਈਨ ਲੌਂਚ ਕਰ ਸਕਦੇ ਹੋ ਔਰ ਬਾਇਓਮੈਟ੍ਰਿਕ ਤਾਂ ਹੋਣਗੇ ਜਦੋਂ VFS ਓਪਨ ਹੋਏਗਾ। ਸੋ ਬਾਇਓਮੈਟ੍ਰਿਕ ਕਦੋਂ ਹੋਣਗੇ, ਇਹ ਸਭ ਤੋਂ ਵੱਡਾ ਸਵਾਲ ਹੈ। ਸਾਰੇ ਦਰਸ਼ਕ ਮੈਨੂੰ ਪੁੱਛਦੇ ਆ, ਬਾਰ-ਬਾਰ ਪੁੱਛਦੇ ਆ ਕਿ ਬਾਇਓਮੈਟ੍ਰਿਕਸ ਕਦੋਂ ਹੋਣਗੇ। ਸੋ ਬਾਇਓਮੈਟ੍ਰਿਕਸ ਉਦੋਂ ਹੀ ਹੋਣਗੇ ਜਦੋਂ VFS ਖੁੱਲ੍ਹੇਗਾ ਔਰ VFS ਖੁੱਲ੍ਹ ਸਕਦਾ ਹੈ 1 ਜੂਨ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਲੋਕਡਾਊਨ ਈਜ਼ ਹੋਣਾ ਸ਼ੁਰੂ ਹੋ ਗਿਆ। ਚੰਡੀਗੜ੍ਹ ਤੋਂ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ। ਮੋਹਾਲੀ ਵਿੱਚ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ। ਇੱਦਾਂ ਹੀ ਅੰਮ੍ਰਿਤਸਰ ਨੂੰ ਵੀ ਪਰਮਿਸ਼ਨ ਦਿੱਤੀ ਗਈ ਹੈ ਔਰ ਲੁਧਿਆਣਾ 'ਚ ਵੀ ਪਰਮਿਸ਼ਨ ਦਿੱਤੀ ਗਈ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਸਟਾਫ ਘਰੋਂ ਬੈਠ ਕੇ ਵੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਪਾਏ, ਪੂਰੀ ਨੌਲੇਜ ਦੇ ਪਾਏ, ਜਿਹਦੇ ਨਾਲ ਤੁਹਾਡੀ ਜਿਹੜਾ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਸਕੇ। ਔਰ ਜੇ ਤੁਹਾਡੀ ਕੋਈ ਕਨਫਿਊਜ਼ਨ ਹੈ, ਬੱਚੇ ਕਿਉਂਕਿ ਬਹੁਤ ਪੈਨਿਕ ਕਰ ਰਹੇ ਹੈ, ਕਈਆਂ ਦੇ ਬਾਇਓਮੈਟ੍ਰਿਕ ਨਹੀਂ ਹੋਏ, ਕਈਆਂ ਦੇ ਮੈਡੀਕਲਸ ਕਰਕੇ ਫਾਈਲਸ ਪੈਂਡਿੰਗ ਹੈ, ਕਈਆਂ ਦੇ ਰਿਜ਼ਲਟਸ ਪੈਂਡਿੰਗ ਹੈ, ਪਲੀਜ਼ ਪੈਨਿਕ ਨਾ ਕਰੋ ਕਿਉਂਕਿ ਸਭ ਕੁਝ ਸਮੂਥ ਹੋ ਜਾਏਗਾ। ਕਿਉਂਕਿ ਇਹ ਸਾਰੇ ਕਰੋਨਾ ਵਾਇਰਸ ਕਰਕੇ ਪੂਰਾ ਵਰਲਡ ਪਰੇਸ਼ਾਨੀ 'ਚ ਹੈਗਾ ਸੀ, ਤਾਂ ਕਰਕੇ ਨਾ ਕਿ ਸਿਰਫ ਭਾਰਤ। ਸੋ ਤੁਹਾਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਸਭ ਕੁਝ ਸਮੂਥ ਹੋ ਜਾਏਗਾ। ਪੋਜ਼ਿਟਿਵ ਰਹਿਣ ਦੀ ਜ਼ਰੂਰਤ ਹੈ। ਜੇ ਅਸੀਂ ਘਰ ਬੈਠੇ ਹਾਂ, ਆਪਣਾ ਟਾਈਮ ਪ੍ਰੋਪਰਲੀ ਯੂਟਿਲਾਈਜ਼ ਕਰੋ, ਕੋਈ ਪੜ੍ਹਾਈ ਕਰੋ, ਸਰਚ ਕਰੋ ਕਿ ਤੁਸੀਂ ਜਿਹੜੇ ਸ਼ਹਿਰ 'ਚ ਜਾਣਾ ਚਾਹੁੰਦੇ ਹੋ, ਕਿਹੜੇ ਕਾਲਜ 'ਚ ਜਾਣਾ ਚਾਹੁੰਦੇ ਹੋ, ਕਿਹੜੇ ਕੋਰਸ 'ਚ ਜਾਣਾ ਚਾਹੁੰਦੇ ਹੋ, ਆਪਣਾ ਟਾਈਮ ਇੱਕ ਪ੍ਰੋਪਰਲੀ ਯੂਟਿਲਾਈਜ਼ ਕਰੋ। ਇੱਕ SOP ਤਿਆਰ ਕਰ ਸਕਦੇ ਹੋ ਕਿ ਜੇ ਤੁਸੀਂ ਹਲੇ ਆਪਣੀ ਪੜ੍ਹਾਈ +2 ਦੇ ਐਗਜ਼ਾਮ ਦਿੱਤੇ ਹੈ ਪਰ ਆਈਲੈਟਸ ਨਹੀਂ ਕੀਤੀ ਤਾਂ ਵੀ ਤੁਸੀਂ SOP ਆਪਣੇ ਘਰ ਬੈਠੇ ਤਿਆਰ ਕਰ ਸਕਦੇ ਹੋ। ਔਰ ਉਸ ਤੋਂ ਇਲਾਵਾ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਆ, ਮੇਰੀ ਉਹਨਾਂ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਤੁਸੀਂ ਆਨਲਾਈਨ ਕਲਾਸਿਸ ਲਗਾਉਣੀਆਂ ਜ਼ਰੂਰ ਸ਼ੁਰੂ ਕਰੋ ਤਾਂ ਕਿ ਆਨਲਾਈਨ ਕਲਾਸਿਸ ਦਾ ਤੁਹਾਨੂੰ ਬਹੁਤ ਸਾਰਾ ਬੈਨੀਫਿਟ ਹੋਏਗਾ ਔਰ ਫਿਊਚਰ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਪੂਰਾ ਹੀ ਮਿਲੇਗਾ। ਸੋ ਕਾਫੀ ਸਾਰੇ ਸਟੂਡੈਂਟਸ ਨੇ ਆਨਲਾਈਨ ਕਲਾਸਿਸ ਆਲਰੇਡੀ ਸ਼ੁਰੂ ਕਰ ਲਈਆਂ ਨੇ ਔਰ ਕਾਫੀ ਸਾਰੇ ਸਟੂਡੈਂਟ ਹੱਲੇ ਵੀ ਕਨਫਿਊਜ਼ ਚੱਲ ਰਹੇ ਨੇ। ਜਿਵੇਂ ਕਿ ਮੈਂ ਦੱਸਿਆ ਸੀ ਕਿ ਲੈਂਪਟਨ ਕਾਲਜ ਕਹਿ ਰਿਹਾ ਕਿ ਤੁਸੀਂ 30 ਦਿਨ ਦੀਆਂ ਆਨਲਾਈਨ ਕਲਾਸਿਸ ਲਗਾਓ ਔਰ ਜੇ ਤੁਸੀਂ ਕੰਫਰਟੇਬਲ ਹੋ ਤਾਂ ਕੰਟੀਨਿਊ ਕਰ ਸਕਦੇ ਹੋ, ਜੇ ਤੁਸੀਂ ਅਨਕੰਫਰਟੇਬਲ ਹੋ ਤਾਂ ਡੈਫਰ ਵੀ ਕਰ ਸਕਦੇ ਹੋ। ਇੱਦਾਂ ਹੀ M ਕਾਲਜ, CCSQ ਕਾਲਜ, ISI ਕਾਲਜ ਕਿਊਬੈਕ ਦੇ, ਉਹਨਾਂ ਨੇ ਵੀ ਇਹੀ ਆਪਸ਼ਨ ਦਿੱਤੀ ਹੈ ਸਾਰੇ ਸਟੂਡੈਂਟਸ ਨੂੰ। ਸੋ ਸਾਰੇ ਸਟੂਡੈਂਟਸ
ਜਿਹੜੇ ਵੀ ਪੜ੍ਹਾਈ ਕਰਨਾ ਚਾਹੁੰਦੇ ਨੇ ਸੋ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਨੇ ਸੋ ਕਿਉਂ ਨਾ ਆਪਾਂ ਆਪਣਾ ਟਾਈਮ ਯੂਟਿਲਾਈਜ਼ ਕਰੀਏ। ਔਰ ਜਿਹੜੇ 12th ਪਾਸ ਸਟੂਡੈਂਟ ਹੈਗੇ ਆ ਉਹ ਘਰ ਬੈਠੇ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਸਕਦੇ ਆ, ਡਿਊਲਿੰਗੋ ਟੈਸਟ ਦੀ ਤਿਆਰੀ ਸ਼ੁਰੂ ਕਰ ਸਕਦੇ ਆ, ਪੀਟੀ ਦੀ ਤਿਆਰੀ ਸ਼ੁਰੂ ਕਰ ਸਕਦੇ ਆ। ਘਰ ਬੈਠੇ ਅਸੀਂ ਆਨਲਾਈਨ ਇੰਨਾ ਮਟੀਰੀਅਲ ਹੈਗਾ, ਕਿਉਂ ਨਾ ਉਸ ਚੀਜ਼ ਦਾ ਟਾਈਮ ਯੂਟਿਲਾਈਜ਼ ਕਰੀਏ ਔਰ ਜਿਹੜਾ ਤੁਹਾਡਾ ਸੁਪਨਾ ਹੈਗਾ ਉਹਦੇ ਵੱਲ ਨੂੰ ਕੁਛ ਕਰੀਏ। ਸੋ ਜੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਏ ਤਾਂ ਅਸੀਂ ਆਨਲਾਈਨ ਆਈਲੈਟਸ ਕਲਾਸਿਸ ਪੜ੍ਹਾ ਰਹੇ ਹਾਂ। ਤੁਸੀਂ ਆਨਲਾਈਨ ਆਈਲੈਟਸ ਕਲਾਸਿਸ ਜੇ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੋਰਟਲ ਤੇ ਆ ਕੇ ਆਨਲਾਈਨ ਕਲਾਸਿਸ ਲਗਾ ਸਕਦੇ ਹੋ। ਪੂਰੀ ਗ੍ਰਾਮਰ ਦੀ ਚਾਰੋਂ ਮੋਡਿਊਲਸ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਸੋ ਪ੍ਰੋਪਰਲੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਸਾਡੇ ਆਨਲਾਈਨ ਪੋਰਟਲ ਤੇ। ਬਹੁਤ ਹੀ ਰੀਜ਼ਨੇਬਲ ਕਾਸਟ ਹੈ। ਕਾਸਟ ਪਤਾ ਕਰਨ ਲਈ ਜਾਂ ਆਨਲਾਈਨ ਪੜ੍ਹਾਈ ਕਰਨ ਲਈ ਤੁਸੀਂ ਸਾਡੇ ਫੋਨ ਤੇ ਕਾਲ ਕਰ ਸਕਦੇ ਹੋ 8968262626 ਜਾਂ 9041057722। ਸੋ ਧਿਆਨ ਰੱਖੋ ਕਿ ਆਪਣਾ ਟਾਈਮ ਨੂੰ ਯੂਟਿਲਾਈਜ਼ ਕਰਨਾ ਹੈ, ਬਾਹਰ ਜਾਣ ਦੇ ਸੁਪਨੇ ਵੱਲ ਪੋਜ਼ਿਟਿਵ ਰਹਿਣਾ ਹੈ ਔਰ ਸੇਫਟੀ ਵਿੱਚ ਵੀ ਰਹਿਣਾ, ਸੇਫ ਰਹਿਣਾ। ਘਰ ਜੇ ਬੈਠੇ ਆ ਤਾਂ ਸੇਫ ਰਹਿਣਾ। ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਮਾਸਕ ਪਾ ਕੇ ਜਾਣਾ ਹੈ, ਸੈਨੀਟਾਈਜ਼ਰ ਦਾ ਯੂਜ਼ ਜ਼ਰੂਰ ਕਰਨਾ ਹੈ। ਬਾਹਰ ਜਾਂਦੇ ਹਾਂ ਹੱਥਾਂ ਨੂੰ ਆਪਣੇ ਬਾਰ-ਬਾਰ ਧੋਣਾ ਹੈ ਤਾਂ ਕਿ ਜਿਹੜੀ ਇਹ ਬਿਮਾਰੀ ਹੈ ਸਾਡੇ ਤੋਂ ਦੂਰ ਰਵੇ ਔਰ ਅਸੀਂ ਬਾਹਰ ਜਾਣ ਦਾ ਜਿਹੜਾ ਸੁਪਨਾ ਆਪਣਾ ਪੂਰਾ ਕਰ ਸਕੀਏ। ਸਾਰੇ ਦਰਸ਼ਕਾਂ ਨੂੰ ਇਸ ਚੀਜ਼ ਤੇ ਵੀ ਇੱਕ ਕਨਫਿਊਜ਼ਨ ਹੈਗੀ ਹੈ ਕਿ CAQ ਕਦੋਂ ਆਉਣਗੇ। CAQ ਦੀ ਪ੍ਰੋਸੈਸਿੰਗ ਮੇਰੇ ਹਿਸਾਬ ਨਾਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਾਨੂੰ ਇੱਕ CAQ ਰਿਜ਼ਲਟ ਆਇਆ ਇਸ ਹਫਤੇ ਔਰ ਮੈਨੂੰ ਲੱਗਦਾ ਕਿ CAQs ਵੀ ਆਉਣੇ ਸ਼ੁਰੂ ਹੋ ਜਾਣਗੇ। ਜਿਨ੍ਹਾਂ ਦੀ ਪ੍ਰੋਸੈਸਿੰਗ ਰੁਕੀ ਹੋਈ ਸੀ ਜਾਂ ਸਲੋ ਹੋਈ ਸੀ ਉਹ ਵੀ ਪੋਜ਼ਿਟਿਵ ਡਾਇਰੈਕਸ਼ਨ ਵਿੱਚ ਚੱਲ ਰਿਹਾ ਕਿ CAQ ਵੀ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਹੌਲੀ ਕਿਊਬੈਕ ਗਵਰਨਮੈਂਟ ਨੇ ਵੀ ਆਪਣਾ ਲੋਕਡਾਊਨ ਈਜ਼ ਕਰਨਾ ਸ਼ੁਰੂ ਕਰਤਾ, ਯਾਨੀ ਕਿ ਸ਼ਹਿਰਾਂ ਨੂੰ ਖੋਲ੍ਹਣਾ ਸ਼ੁਰੂ ਕਰਤਾ। ਸੋ ਜਿਹੜੇ ਵੀ ਸਟੂਡੈਂਟਸ CAQ ਦੀ ਵੇਟ ਕਰ ਰਹੇ ਸੀ ਜਾਂ ਘਰ ਪਰਤੇ ਹੋਏ ਸੀ ਕਿਊਬੈਕ ਪ੍ਰੋਵਿੰਸ ਤੋਂ ਔਰ 30 ਅਪ੍ਰੈਲ ਨੂੰ ਜਿਨ੍ਹਾਂ ਦਾ CAQ ਐਕਸਪਾਇਰ ਕਰ ਰਿਹਾ ਸੀ ਉਹਨਾਂ ਨੂੰ ਬਿਲਕੁਲ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ CAQ ਐਕਸਟੈਂਡ ਕਰਤਾ ਗਿਆ ਤੇ ਜੇ ਤੁਹਾਡਾ CAQ ਐਕਸਪਾਇਰ ਕਰ ਰਿਹਾ ਸੀ ਤਾਂ 31 ਦਸੰਬਰ ਤੱਕ 2020 ਤੱਕ ਉਹ ਵੈਲਿਡ ਹੈ, ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਔਰ ਸੈਂਟੀਨੀਅਲ ਕਾਲਜ ਨੇ ਅਨਾਉਂਸ ਕਰਤਾ ਕਿ ਜਿਹੜਾ ਆਈਲੈਟਸ ਦਾ ਰਿਜ਼ਲਟ ਹੈ ਉਹ 3 ਸਾਲ ਦੀ ਐਕਸੈਪਟੇਬਿਲਿਟੀ ਕਰਨਗੇ ਤਾਂ ਤੁਹਾਨੂੰ ਉਹਦੇ 'ਚ ਵੀ ਸਾਰੇ ਕਾਲਜਸ ਡਿਸਾਈਡ ਕਰ ਰਹੇ ਆ ਕਿ ਜਿਹੜਾ ਆਈਲੈਟਸ ਦਾ ਰਿਜ਼ਲਟ ਹੈ ਉਹਦੀ ਐਕਸੈਪਟੈਂਸ ਦੀ ਜਿਹੜਾ ਟਾਈਮ ਹੈਗਾ ਉਹ ਵਧਾ ਦਿੱਤਾ ਜਾਏ। ਸੋ ਟਾਈਮ ਟੂ ਟਾਈਮ ਸਿਰ ਮੈਂ ਤੁਹਾਡੇ ਨਾਲ ਡਿਫਰੈਂਟ ਅਪਡੇਟਸ ਲਿਆਉਂਦਾ ਰਹਿਣਾ ਔਰ ਹਰ ਵਾਰੀ ਤੁਹਾਨੂੰ ਦੱਸਦਾ ਰਹਿਣਾ ਕਿ ਵੱਖ-ਵੱਖ ਕੰਟਰੀਆਂ ਤੋਂ ਕੀ ਅਪਡੇਟ ਹੈ। ਜਿਵੇਂ ਕਿ ਤੁਸੀਂ ਜਰਮਨੀ ਦੀ ਗੱਲ ਕਰੋ ਤਾਂ ਜਰਮਨੀ ਨੇ ਵੀ ਆਨਲਾਈਨ ਸਟੂਡੈਂਟਸ ਨੂੰ ਕਿਹਾ ਕਿ ਉਹ ਵੀ 2 ਇਨਟੇਕ ਤੱਕ ਇੰਡੀਆ 'ਚ ਪੜ੍ਹ ਸਕਦੇ ਆ ਜਾਂ ਆਨਲਾਈਨ ਪੜ੍ਹ ਸਕਦੇ ਆ ਔਰ ਵੀਜ਼ਾ ਐਕਸਟੈਂਸ਼ਨ ਵੀ ਅੰਬੈਸੀ ਵੱਲੋਂ ਦਿੱਤੀ ਜਾ ਰਹੀ ਹੈ ਜਰਮਨੀ ਆਉਣ ਦੀ। ਸੋ ਜੇ ਤੁਸੀਂ ਆਨਲਾਈਨ ਪੜ੍ਹਦੇ ਹੋ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਕੋਈ ਵੀ ਫਰਕ ਨਹੀਂ ਪਏਗਾ ਜੇ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੈ। ਜੀ ਹਾਂ ਬਿਲਕੁਲ, ਜੇ ਕੈਨੇਡਾ ਜਾਣਾ ਚਾਹੁੰਦੇ ਹੋ, ਜਰਮਨੀ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, ਸਿੰਗਾਪੁਰ ਜਾਣਾ ਚਾਹੁੰਦੇ ਹੋ ਜਾਂ UK ਜਾ ਕੇ ਆਪਣੇ ਪੜ੍ਹਾਈ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 13 ਸਾਲਾਂ ਤੋਂ ਆਪਣੀਆਂ ਸਰਵਿਸਿਜ਼ ਦਿੰਦਾ ਆ ਰਿਹਾ ਹੈ ਔਰ ਚਾਹੇ ਕੋਈ ਵੀ ਪ੍ਰੋਬਲਮ ਆਏ ਲੈਂਡਮਾਰਕ ਇਮੀਗ੍ਰੇਸ਼ਨ ਦੀ ਇਹੀ ਕੋਸ਼ਿਸ਼ ਹੈਗੀ ਹੈ ਕਿ ਆਪਣੇ ਸਟੂਡੈਂਟਸ ਨਾਲ ਪੇਰੈਂਟਸ ਨਾਲ 100% ਟਰਾਂਸਪੇਰੈਂਸੀ ਰੱਖੀ ਜਾਵੇ, 100% ਜੈਨੂਇਨ ਗਾਈਡੈਂਸ ਦਿੱਤੀ ਜਾਵੇ ਔਰ ਸਟੂਡੈਂਟਸ ਨੂੰ ਵੱਖ-ਵੱਖ ਟਾਈਮ ਤੇ ਅਪਡੇਟ ਕੀਤਾ ਜਾਵੇ ਜੋ ਵੀ ਨਵੀਆਂ ਨੀਤੀਆਂ ਬਾਹਰ ਦੀਆਂ ਸਰਕਾਰਾਂ ਆ ਰਹੀਆਂ। ਕਿਉਂਕਿ ਮੇਰੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਯੂਨੀਵਰਸਿਟੀਜ਼ 'ਚ ਵਿਜ਼ਿਟ ਕਰਾਂ ਤਾਂ ਕਿ ਸਟੂਡੈਂਟਸ ਨੂੰ ਬੈਟਰ ਫੈਸਿਲਿਟੀਜ਼ ਮਿਲ ਪਾਉਣ ਜਿਹੜੇ ਉਹ ਪੜ੍ਹਨ ਜਾਣਾ ਚਾਹੁੰਦੇ ਨੇ। ਸੋ ਜਿੰਨੇ ਵੀ ਸਟੂਡੈਂਟਸ ਬਾਹਰ ਜਾਣਾ ਚਾਹੁੰਦੇ ਆ ਐਲੀਜੀਬਿਲਿਟੀ ਕ੍ਰਾਈਟੇਰੀਆ ਇੱਕ ਵਾਰੀ ਡਿਸਕਸ ਕਰ ਲੈਂਦੇ ਆ ਕਿਉਂਕਿ ਇੱਥੇ ਵੀ ਬਹੁਤ ਸਾਰੀ ਕਨਫਿਊਜ਼ਨ ਹੈਗੀ ਹੈ। ਜੇ ਅਸੀਂ ਗੱਲ ਕਰੀਏ ਕਿ 6 ਈਚ ਦੇ ਨਾਲ ਤੁਸੀਂ SDS ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ ਕੈਨੇਡਾ ਵਿੱਚ ਔਰ ਓਵਰਆਲ 6 ਬੈਂਡ ਦੇ ਨਾਲ ਚਾਹੇ ਇੱਕ ਮੋਡਿਊਲ 'ਚ 5.5 ਹੈ ਔਰ 2 ਮੋਡਿਊਲ 'ਚੋਂ 5.5 ਹੈ ਤੁਸੀਂ ਜਨਰਲ ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ ਜਾਂ ਨਾਨ SDS ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ। ਪਰ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਆ ਕਿ ਕਿਹੜੇ ਕਾਲਜਸ ਹੈਗੇ ਆ ਜਿਹੜੇ ਇੱਕ ਮੋਡਿਊਲ 'ਚੋਂ 5.5 ਜਾਂ 2 ਮੋਡਿਊਲ 'ਚੋਂ 5.5 ਐਕਸੈਪਟ ਕਰ ਰਹੇ ਨੇ। ਸੋ 2 ਮੋਡਿਊਲ 'ਚੋਂ 5.5 ਸਰਕਾਰੀ ਕਾਲਜ ਦੀ ਜੇ ਮੈਂ ਗੱਲ ਕਰਾਂ ਤਾਂ ਸੂ ਕਾਲਜ, ਸੂ ਸੇਂਟ ਮੈਰੀਚ ਔਰ ਸੇਂਟ ਕਲੀਅਰ ਕਾਲਜ ਵਿੰਡਸਰ ਵਿੱਚ ਐਕਸੈਪਟ ਕਰ ਰਿਹਾ 2 ਮੋਡਿਊਲ 'ਚੋਂ 5.5 ਬੈਂਡ ਔਰ ਜੇ ਇੱਕ ਮੋਡਿਊਲ 'ਚੋਂ 5.5 ਬੈਂਡ ਦੀ ਮੈਂ ਗੱਲ ਕਰਾਂ ਤਾਂ ਨਾਇਗਰਾ ਕਾਲਜ, ਕੋਨਸਟੋਗਾ ਕਾਲਜ, ਲੋਇਲਿਸਟ ਕਾਲਜ, ਨਾਰਦਰਨ ਕਾਲਜ, ਯੂਨੀਵਰਸਿਟੀ ਕੈਨੇਡਾ ਵੈਸਟ ਔਰ ਲਿਸਟ ਬਹੁਤ ਲੰਬੀ ਹੈ ਕਿਉਂਕਿ 40 ਤੋਂ ਵੱਧ ਕਾਲਜਸ ਇੱਦਾਂ ਦੇ ਹੈਗੇ ਆ ਜਿਹੜੇ ਇੱਕ ਮੋਡਿਊਲ 'ਚੋਂ 5.5 ਬੈਂਡ ਐਕਸੈਪਟ ਕਰ ਰਹੇ ਨੇ ਸਰਕਾਰੀ ਕਾਲਜ। ਬਿਲਕੁਲ ਐਡਮਿੰਟਨ ਵਿੱਚ ਵੀ ਨਾਰਕਵੈਸਟ ਕਾਲਜ ਇੱਕ ਮੋਡਿਊਲ 'ਚੋਂ 5.5 ਬੈਂਡ ਐਕਸੈਪਟ ਕਰ ਰਿਹਾ ਹੈ। ਸਸਕੈਚੁਅਨ ਪੋਲੀਟੈਕਨਿਕ ਸਸਕੈਚੁਅਨ ਵਿੱਚ ਓਵਰਆਲ 6.5 ਬੈਂਡ ਇੱਕ ਮੋਡਿਊਲ 'ਚੋਂ 5.5 ਬੈਂਡ ਐਕਸੈਪਟ ਕਰ ਰਿਹਾ। ਸੋ ਜੇ ਤੁਹਾਡੇ ਇੱਕ ਮੋਡਿਊਲ 'ਚੋਂ 5.5 ਹੈ ਜਾਂ 2 ਮੋਡਿਊਲ 'ਚੋਂ 5.5 ਬੈਂਡ ਹੈ
ਤਾਂ ਬਿਲਕੁਲ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਔਰ ਆਪਣੀ ਫਾਈਲ ਨੌਨ ਐਚਡੀਐਸ ਜਾਂ ਜਨਰਲ ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ। ਸਾਰੇ ਸਟੂਡੈਂਟਸ ਜਿੰਨੇ ਵੀ ਜਾਣਾ ਚਾਹੁੰਦੇ ਆ, ਕਿਸੇ ਵੀ ਕੰਟਰੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਈਮੇਲ ਆਈਡੀ ਤੇ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ info@landmarkimmigration.com। ਮੈਂ ਪਰਸਨਲੀ ਕੋਸ਼ਿਸ਼ ਕਰਾਂਗਾ ਕਿ ਮੈਂ ਸਾਰੀ ਅਸੈਸਮੈਂਟ ਖੁਦ ਹੀ ਕਰਾਂ ਔਰ ਤੁਹਾਨੂੰ ਸਹੀ ਗਾਈਡੈਂਸ ਦੇ ਨਾਲ ਸਹੀ ਆਪਸ਼ਨ ਦੇਵਾਂ ਜਿੱਥੇ ਕਿ ਤੁਹਾਡੇ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਸਕੇ। ਸੋ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਘਰੋਂ ਨਿਕਲਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਆਨਲਾਈਨ ਹੀ ਆਫਰ ਲੈਟਰਸ ਆ ਰਹੀਆਂ, ਬਿਲਕੁਲ ਸਾਰੇ ਕਾਲਜਸ ਘਰੋਂ ਹੀ ਕੰਮ ਕਰ ਰਹੇ ਨੇ ਔਰ ਆਫਰ ਲੈਟਰਸ ਇਸ਼ੂ ਕਰ ਰਹੇ ਨੇ। ਬਹੁਤ ਸਾਰੇ ਕਾਲਜਸ ਤਾਂ 24 ਘੰਟੇ ਵਿੱਚ ਵੀ ਆਫਰ ਲੈਟਰਸ ਇਸ਼ੂ ਕਰ ਰਹੇ ਨੇ। ਜੇ ਤੁਸੀਂ ਘਰ ਬੈਠੇ ਅਪਲਾਈ ਕਰਨਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਲਈ ਤਾਂ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ ਸਾਡੇ ਈਮੇਲ ਆਈਡੀ ਤੇ ਜਾਂ ਸਾਨੂੰ ਕਾਲ ਕਰਕੇ ਵੀ ਸੰਪਰਕ ਕਰ ਸਕਦੇ ਹੋ। ਫਿਰ ਆ ਜਾਂਦੀ ਹੈ ਜਰਮਨੀ ਸਟੂਡੈਂਟ ਵੀਜ਼ਾ ਕਿ ਕਿਹੜੇ ਸਟੂਡੈਂਟ ਜਰਮਨੀ ਜਾ ਸਕਦੇ ਨੇ। ਸੋ ਜਰਮਨੀ ਤੁਸੀਂ ਵਿਦ ਜਾਂ ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ ਔਰ ਜੇ ਤੁਹਾਡੀ ਪਾਸ ਸਟੱਡੀਜ਼ ਇੰਗਲਿਸ਼ ਵਿੱਚ ਹੈਗੀਆਂ ਸੀ ਤਾਂ ਵਿਦਆਊਟ ਆਈਲੈਟਸ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਨੂੰ ਸਿਰਫ ਆਪਣੇ ਇੰਸਟੀਚਿਊਟ ਤੋਂ ਇੱਕ MOI ਲੈਟਰ ਯਾਨੀ ਕਿ ਮੀਡੀਅਮ ਆਫ ਇੰਸਟਰਕਸ਼ਨ ਲੈਟਰ ਲਿਖਾਣੀ ਹੋਏਗੀ ਕਿ ਤੁਹਾਡੀ ਜਿਹੜੀਆਂ ਪਹਿਲੀਆਂ ਸਟੱਡੀਜ਼ ਹੈਗੀਆਂ ਉਹ ਇੰਗਲਿਸ਼ ਵਿੱਚ ਹੈਗੀਆਂ ਸੀ, ਨਹੀਂ ਤਾਂ ਤੁਹਾਨੂੰ 5.5 ਬੈਂਡ ਦੇ ਨਾਲ ਵੀ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਇਸ ਟਾਈਮ ਤੇ ਜਰਮਨੀ ਦੇ ਜਿਹੜੀਆਂ ਯੂਨੀਵਰਸਿਟੀਜ਼ ਕਾਲਜਸ ਅਪ ਟੂ 5000 ਯੂਰੋਜ਼ ਮਤਲਬ 4.25 ਲੱਖ ਰੁਪਏ ਦੀ ਸਕਾਲਰਸ਼ਿਪ ਦੇ ਰਹੇ ਆ। ਜਿੱਥੇ ਸਾਲ ਦੀ ਫੀਸ 8 ਲੱਖ ਸੀ, 8.5 ਲੱਖ ਸੀ, ਉਹਦੇ ਚੋਂ 4.25 ਲੱਖ ਦੀ ਸਕਾਲਰਸ਼ਿਪ ਦੇ ਰਹੇ ਆ। ਮਤਲਬ ਸਾਲਾਨਾ ਫੀਸ 4.25 ਲੱਖ ਰਹਿ ਜਾਂਦੀ ਹੈ ਜੇ ਤੁਸੀਂ ਜਰਮਨੀ ਪੜ੍ਹਨ ਜਾਣਾ ਚਾਹੁੰਦੇ ਹੋ। ਔਰ ਜਿਹੜੀਆਂ ਐਂਟਰੀ ਰਿਕੁਆਇਰਮੈਂਟਸ ਹੈ ਉਹ ਵੀ ਬਹੁਤ ਹੀ ਆਸਾਨ ਹੈ। ਤੁਸੀਂ ਵਿਦਆਊਟ ਆਈਲੈਟਸ ਔਰ ਵਿਦ ਆਈਲੈਟਸ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕੋਗੇ, ਪਰ ਜਦੋਂ ਵੀ VFS ਖੁੱਲਣਗੇ ਉਦੋਂ ਹੀ ਤੁਸੀਂ ਆਪਣੀ ਫਾਈਲ ਲੌਂਚ ਕਰ ਸਕੋਗੇ। ਬਟ ਹੋਪਫੁਲ ਹੈਗਾ ਕਿ 1 ਜੂਨ ਤੋਂ VFS ਓਪਨ ਹੋ ਜਾਣਗੇ। ਸੋ ਇਹਦੇ ਨਾਲ ਕੈਨੇਡਾ ਦੇ ਵੀ ਬਹੁਤ ਸਾਰੇ ਇੰਸਟੀਚਿਊਟਸ ਇੱਦਾਂ ਦੇ ਆ ਜਿਵੇਂ ਕਿ ਯੂਨੀਵਰਸਿਟੀ ਕੈਨੇਡਾ ਵੈਸਟ ਜਿਨ੍ਹਾਂ ਨੇ $4000 ਦੀ ਸਕਾਲਰਸ਼ਿਪ ਅਨਾਉਂਸ ਕਰਤੀ ਹੈ। ਜਿੰਨੇ ਵੀ ਸਟੂਡੈਂਟ ਸਪਟੈਂਬਰ ਇਨਟੇਕ ਤੱਕ ਯੂਨੀਵਰਸਿਟੀ ਕੈਨੇਡਾ ਵੈਸਟ ਅਪਲਾਈ ਕਰਨਗੇ। ਅਲਗੋਮਾ ਯੂਨੀਵਰਸਿਟੀ ਨੇ $2000 ਦੀ ਸਕਾਲਰਸ਼ਿਪ ਦਿੱਤੀ ਹੈ ਅੰਡਰ ਗ੍ਰੈਜੂਏਟ ਸਟੂਡੈਂਟਸ ਵਾਸਤੇ ਔਰ $3000 ਦੀ ਸਕਾਲਰਸ਼ਿਪ ਦਿੱਤੀ ਹੈ ਪੋਸਟ ਗ੍ਰੈਜੂਏਟ ਸਟੂਡੈਂਟਸ ਵਾਸਤੇ ਜਿਹੜੇ ਉਹਨਾਂ ਦੇ ਆਨਲਾਈਨ ਕਲਾਸਿਸ ਲਾਣਗੇ ਜਾਂ ਸਪਟੈਂਬਰ ਇਨਟੇਕ 'ਚ ਅਪਲਾਈ ਕਰਨਗੇ। ਸੋ ਬਹੁਤ ਅੱਛੀ ਆਪਸ਼ਨ ਹੈ ਜਿੱਥੇ ਸਾਨੂੰ ਘਰ ਬੈਠੇ ਪੈਸੇ ਵੀ ਬਚ ਰਹੇ ਨੇ, ਸਕਾਲਰਸ਼ਿਪਸ ਵੀ ਮਿਲ ਰਹੀਆਂ ਔਰ ਤੁਸੀਂ ਆਉਣ ਵਾਲੇ ਇਨਟੇਕਸ 'ਚ ਅਪਲਾਈ ਕਰ ਸਕਦੇ ਹੋ। ਅਲਗੋਮਾ ਯੂਨੀਵਰਸਿਟੀ ਦਾ ਕੈਂਪਸ ਬਰੈਂਪਟਨ ਔਰ ਸੂ ਸੇਂਟ ਮੈਰੀ ਸ਼ਹਿਰ ਵਿੱਚ ਹੈਗਾ ਔਰ ਯੂਨੀਵਰਸਿਟੀ ਕੈਨੇਡਾ ਵੈਸਟ ਵੈਂਕੂਵਰ ਡਾਊਨਟਾਊਨ 'ਚ ਕੈਂਪਸ ਹੈਗਾ। ਸੋ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਦੇ ਵੀ ਬਹੁਤ ਅੱਛੇ ਕੋਰਸਿਸ ਹੈਗੇ ਆ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਜਿਵੇਂ ਅਲਗੋਮਾ ਯੂਨੀਵਰਸਿਟੀ 'ਚ ਵੀ ਬਹੁਤ ਹੀ ਵਧੀਆ ਕੋਰਸਿਸ ਹੈਗੇ ਆ ਜਿਹਦੇ ਵਿੱਚ 3 ਸਾਲ ਦੀ ਬੈਚਲਰ ਡਿਗਰੀ ਬਹੁਤ ਹਾਈਲਾਈਟ ਕੋਰਸ ਹੈ ਜਿਹੜੇ ਸਟੂਡੈਂਟ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ। ਇਹਦੇ ਨਾਲ ਹੀ ਲੌਰੈਂਸ਼ੀਅਨ ਯੂਨੀਵਰਸਿਟੀ $15000 ਦੀ ਸਕਾਲਰਸ਼ਿਪ ਦੇ ਰਹੀ ਹੈ। ਜਿਹੜੇ ਸਟੂਡੈਂਟਸ ਦੇ ਨੰਬਰ 85% ਤੋਂ ਉੱਤੇ ਹੈਗੇ ਆ ਉਹਨਾਂ ਨੂੰ $15000 ਦੀ ਸਕਾਲਰਸ਼ਿਪ ਦੇ ਰਹੀ ਹੈ। ਲੌਰੈਂਸ਼ੀਅਨ ਯੂਨੀਵਰਸਿਟੀ ਓਨਟਾਰੀਓ ਵਿੱਚ ਸਡਬਰੀ ਸ਼ਹਿਰ ਵਿੱਚ ਲੌਰੈਂਸ਼ੀਅਨ ਯੂਨੀਵਰਸਿਟੀ ਹੈਗੀ ਹੈ ਜਿਹੜਾ ਕਿ RNIP ਦੇ ਅੰਡਰ ਆਉਂਦਾ ਯਾਨੀ ਕਿ ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਡਰ ਆਉਂਦਾ। ਤੁਸੀਂ ਲੌਰੈਂਸ਼ੀਅਨ ਯੂਨੀਵਰਸਿਟੀ 'ਚ ਵੀ ਅਪਲਾਈ ਕਰ ਸਕਦੇ ਹੋ ਔਰ ਇਸ ਸਕਾਲਰਸ਼ਿਪ ਦਾ ਫਾਇਦਾ ਚੁੱਕ ਸਕਦੇ ਹੋ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਐਡਵਾਈਸ ਹੈਗੀ ਹੈ, ਆਪਸ਼ਨਸ ਬਹੁਤ ਸਾਰੀਆਂ ਹੈਗੀਆਂ, ਆਪਾਂ ਪੋਜ਼ਿਟਿਵ ਰਹਿਣਾ ਔਰ ਜੇ ਬਾਹਰ ਜਾਣ ਦਾ ਅਸੀਂ ਸੁਪਨਾ ਪੂਰਾ ਕਰਨਾ ਤਾਂ ਤੁਸੀਂ ਜ਼ਰੂਰ ਘਰ ਬੈਠੇ ਕੁਛ ਨਾ ਕੁਛ ਇੱਦਾਂ ਦਾ ਕਰੋ ਜਿਹਦੇ ਨਾਲ ਤੁਹਾਨੂੰ ਬਾਹਰ ਜਾ ਕੇ ਸੌਖ ਹੋਏ, ਕੁਛ ਟਾਈਮ ਯੂਟਿਲਾਈਜੇਸ਼ਨ ਇੱਦਾਂ ਦੀ ਹੋਏ ਜਿਹਦੇ ਨਾਲ ਸਾਨੂੰ ਨੌਲੇਜ ਹੋਏ। ਔਰ ਜੇ ਤੁਹਾਡਾ ਵੀਜ਼ਾ ਲੱਗ ਚੁੱਕਿਆ ਤਾਂ ਤੁਸੀਂ ਆਨਲਾਈਨ ਕਲਾਸਿਸ ਲਗਾ ਸਕਦੇ ਹੋ। ਆਈਲੈਟਸ ਦੀਆਂ ਕਲਾਸਿਸ ਆਨਲਾਈਨ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦਾ ਪੋਰਟਲ ਹੈ, ਉੱਥੇ ਸਾਨੂੰ ਕੰਟੈਕਟ ਕਰ ਸਕਦੇ ਹੋ। ਸੋ ਇੱਦਾਂ ਹੀ ਮੈਂ ਦਰਸ਼ਕਾਂ ਨਾਲ ਰੂਬਰੂ ਹੁੰਦਾ ਰਹਾਂਗਾ ਟਾਈਮ ਟੂ ਟਾਈਮ ਸਿਰ ਨਵੇਂ ਅਪਡੇਟ ਲੈ ਕੇ। ਜਿਵੇਂ ਕਿ ਕੈਨੇਡਾ ਇਮੀਗ੍ਰੇਸ਼ਨ ਨੇ ਆਪਣਾ ਹੈਲਪਲਾਈਨ ਨੰਬਰ ਖੋਲ੍ਹਤਾ ਜਿਹੜਾ ਕਿ ਬੰਦ ਪਿਆ ਸੀ ਪਿਛਲੇ 45 ਡੇਜ਼ ਤੋਂ 1888-242-2100। ਨਹੀਂ ਤਾਂ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਕੈਨੇਡਾ ਇਮੀਗ੍ਰੇਸ਼ਨ ਹੈਲਪਲਾਈਨ ਨੰਬਰ, ਤੁਹਾਨੂੰ ਨੰਬਰ ਮਿਲ ਜਾਏਗਾ 1888-242-2100 ਜਿੱਥੇ ਤੁਸੀਂ ਫੋਨ ਕਰਕੇ ਆਪਣੇ ਫਾਈਲ ਦਾ ਸਟੇਟਸ ਪੁੱਛ ਸਕਦੇ ਹੋ। ਸੋ ਜਿਹੜੇ ਵੀ ਅਪਡੇਟ ਆਣਗੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਮੇਰੀ ਕੋਸ਼ਿਸ਼ ਹੈ ਮੈਂ ਆਪਣੇ ਦਰਸ਼ਕਾਂ ਨੂੰ ਅਪਡੇਟ ਰੱਖਾਂ ਔਰ ਬਿਲਕੁਲ ਜੈਨੂਇਨ ਗਾਈਡੈਂਸ ਦੇਵਾਂ। ਸੋ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਔਰ ਜਿਹੜੇ ਵੀਜ਼ਾ ਅਪਰੂਵਲ ਹੋਏ ਆ ਕੁਛ ਉਹਨਾਂ ਦੇ ਟੈਸਟੀਮੋਨੀਅਲ ਦੇਖੀਏ। ਧੰਨਵਾਦ। ਸੋ ਜੀ ਸਟੂਡੈਂਟ ਮੇਰੇ ਨਾਲ ਅੰਮ੍ਰਿਤਪਾਲ ਸਿੰਘ ਕੈਨੇਡਾ ਵੀਜ਼ਾ ਇਹਨਾਂ ਦਾ ਵੀ ਆ ਗਿਆ। ਕੰਗ੍ਰੈਚੁਲੇਸ਼ਨ ਅੰਮ੍ਰਿਤ। ਸੋ ਖੁਸ਼ ਹੋ ਪੂਰਾ? ਹਾਂਜੀ ਮੈਮ। ਕੋਈ ਨਰਵਸਨੈਸ, ਕੋਈ ਟੈਨਸ਼ਨ? ਨੋ ਮੈਮ। ਓਕੇ ਅੰਮ੍ਰਿਤ, ਕੀ ਪ੍ਰੋਫਾਈਲ ਕੀ ਹੈ ਇੱਥੋਂ ਦਾ ਤੁਹਾਡਾ? ਸਟੱਡੀ ਕੀ ਕੀਤੀ? ਆ ਚੁੱਕੇ ਨੇ ਬੈਂਡਸ? ਮੈਮ ਇੱਥੇ ਮੇਰੀ ਗ੍ਰੈਜੂਏਸ਼ਨ ਹੈ 55% ਨਾਲ। ਓਕੇ, ਕਦੋਂ ਕੰਪਲੀਟ ਹੋਈ ਗ੍ਰੈਜੂਏਸ਼ਨ? 2017 ਚ। 17 ਦੇ ਵਿੱਚ ਕਿਹੜੀ ਸਟਰੀਮ ਦੇ ਵਿੱਚ? ਆਰਟਸ ਮੈਮ। ਆਰਟਸ। ਤੇ ਉਸ ਤੋਂ ਬਾਅਦ ਕੀਤਾ ਕੁਝ ਗੈਪ? ਹਾਂਜੀ ਮੈਮ, ਮੇਰਾ ਐਕਸਪੀਰੀਅੰਸ ਆ 2 ਸਾਲ ਦਾ। ਜੌਬ ਕੀਤੀ? ਹਾਂਜੀ, ਕਲਰਕ ਦੀ ਜੌਬ ਹੈ ਕੰਪਿਊਟਰ
5%. ਓਕੇ ਤੇ ਫਿਰ ਆਇਲਸ ਤੋਂ ਕਿੰਨੇ ਬੈਂਡਸ ਆਏ? Overall section not less than 5.5 in one module. ਵਨ ਮੋਡਿਊਲ। ਸੋ ਜੀ ਪ੍ਰੋਫਾਈਲ ਤੁਸੀਂ ਦੇਖਿਆ ਜੀ 55% ਹੈ ਨਾ ਗ੍ਰੈਜੂਏਸ਼ਨ ਦੇ ਵਿੱਚੋਂ, ਔਰ ਇੱਕ ਮੋਡਿਊਲ ਚੋਂ 5.5। ਸੋ ਇਸ ਕਰਕੇ ਹਾਈਲਾਈਟ ਕਰ ਰਹੇ ਹਾਂ, ਬੱਚਿਆਂ ਦੇ ਨਾਲ ਵੀ ਤਾਂ ਹੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਸ਼ੋਜ਼ ਦੇ ਵਿੱਚ ਤਾਂ ਕਹਿ ਦਿੱਤਾ ਜਾਂਦਾ ਹੈ, ਜਸਮੀਤ ਸਰ ਨੇ ਵੀ ਬਹੁਤ ਵਾਰੀ ਕਿਹਾ, ਗੁਰਪ੍ਰੀਤ ਸਰ ਨੇ ਵੀ ਕਿਹਾ ਕਿ 5.5 ਇੱਕ ਜਾਂ ਦੋ ਮੋਡਿਊਲ ਚੋਂ ਚੱਲ ਜਾਣਗੇ। 55% 54% ਵਾਲੇ ਪ੍ਰੋਫਾਈਲ ਅੱਜ ਆ ਰਹੇ ਨੇ, ਵੀਜ਼ਾ ਉਹਨਾਂ ਦਾ ਆ ਰਿਹਾ ਜੀ, ਤੁਸੀਂ ਖੁਦ ਸੁਣਿਆ। ਸੋ ਘਬਰਾਉਣ ਦੀ ਜ਼ਰੂਰਤ ਨਹੀਂ ਇੰਨੇ, ਜੇਕਰ ਤੁਹਾਡਾ ਪ੍ਰੋਫਾਈਲ ਵੀਕ ਹੈ ਔਰ ਜੇਕਰ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਕੈਨੇਡਾ ਨਹੀਂ ਜਾ ਸਕਦੇ, ਕਿਸੇ ਛੋਟੀ ਮੋਟੀ ਕੰਟਰੀ ਦੇ ਵਿੱਚ ਚਲੇ ਜਾਓ, ਪਰ ਇੱਕ ਵਾਰ ਤੁਹਾਨੂੰ ਜ਼ਰੂਰ ਇਸ ਤੇ ਰੀਚੈਕ ਕਰਨਾ ਚਾਹੀਦਾ ਹੈ, ਇਨਕੁਆਇਰੀ ਕਰਨੀ ਚਾਹੀਦੀ ਹੈ। ਵੀਜ਼ਾ ਆ ਰਹੇ ਨੇ ਜੀ। ਅੱਛਾ, ਹੁਣ ਫਿਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਕਿੱਦਾਂ ਪਤਾ ਲੱਗਾ ਸੀ ਤੁਹਾਨੂੰ? ਮੈਮ ਮੇਰੀ ਕਜ਼ਨ ਸੀ, ਉਹਨਾਂ ਦੀ ਕਿਸੇ ਫਰੈਂਡ ਨੇ ਪਹਿਲਾਂ ਇੱਥੋਂ ਫਾਈਲ ਲਵਾਈ ਸੀ। ਓਕੇ, ਰੈਫਰੈਂਸ ਤੇ ਆਇਓ, ਠੀਕ ਹੈ। ਤੇ ਫਿਰ ਇਹ ਤੋਂ ਇਲਾਵਾ ਵੀ ਪਤਾ ਕੀਤਾ ਕਿਤੇ? ਨਹੀਂ ਮੈਮ, ਫਿਰ ਡਾਇਰੈਕਟ ਆਈ ਸੀ ਉਹਨਾਂ ਦੀ ਡਾਇਰੈਕਟ ਉਹਨਾਂ ਨੇ ਕਿਹਾ ਤੇ ਫਿਰ ਹਾਂਜੀ, ਇੱਕ YouTube ਤੇ ਵੀਡੀਓ ਵਗੈਰਾ ਦੇਖੀ। ਓਕੇ, ਤੇ ਇਸ ਤੋਂ ਇਲਾਵਾ ਫਿਰ ਪਤਾ ਨਹੀਂ ਕੀਤਾ ਕਿਤੇ, ਸਿੱਧਾ ਇੱਥੇ ਹੀ? ਨਹੀਂ, ਪਹਿਲਾਂ ਮੈਮ ਪਹਿਲਾਂ ਗਏ ਸੀ, ਹਾਂ, ਉਹਨਾਂ ਤੋਂ ਕੁਝ ਇੰਨਾ ਵੀ ਗੱਲਬਾਤ ਲਾਰਿਆਂ 'ਚ ਰੱਖਿਆ ਜੀ ਉਹਨਾਂ ਨੇ। ਓਕੇ, ਠੀਕ ਹੈ। ਤੇ ਹੁਣ ਫਿਰ ਕਿੱਥੇ ਜਾ ਰਹੇ ਹੋ ਤੁਸੀਂ? ਮੈਮ ਨਾਇਗਰਾ ਕਾਲਜ ਦਾ ਮੇਰਾ। ਨਾਇਗਰਾ ਕਾਲਜ, ਨਾਈਸ। ਤੇ ਕਿਹੜੀ ਸਟਰੀਮ ਦੇ ਵਿੱਚ? ਜਰਨਲ ਆਰਟਸ ਐਂਡ ਸਾਇੰਸ। ਕਿੰਨੀ ਦੇਰ ਦਾ? 1 ਈਅਰ ਕੋਰਸ ਹੈ। 1 ਈਅਰ ਕੋਰਸ। ਤੇ 1 ਈਅਰ ਤੋਂ ਬਾਅਦ ਫਿਰ ਕੀ ਕਰੋਗੇ? ਨੈਕਸਟ 1 ਈਅਰ ਦੀ ਸਟੱਡੀ ਅੱਗੇ ਐਕਸਟੈਂਡ ਕਰਾਂ। ਐਕਸਟੈਂਡ ਕਰਵਾਓਗੇ ਉੱਥੇ? ਤੇ ਲੋਕੇਸ਼ਨ ਇਹੀ ਚਾਹੀਦੀ ਸੀ ਤੁਹਾਨੂੰ? ਹਾਂਜੀ ਮੈਮ, ਇਹੀ। ਕੋਈ ਰਹਿੰਦਾ ਉੱਥੇ? ਹਾਂ, ਹੈਗੇ ਫਰੈਂਡ ਮੈਮ। ਓਕੇ, ਤੇ ਆ ਕੇ ਦੱਸਿਆ ਲੈਂਡਮਾਰਕ ਨੂੰ ਕਿ ਮੈਨੂੰ ਆਹ ਲੋਕੇਸ਼ਨ ਚਾਹੀਦੀ ਹੈ, ਜਾਂ ਇਹਨਾਂ ਨੇ ਆਪ ਦੱਸਿਆ ਤੁਹਾਨੂੰ? ਨਹੀਂ, ਆਪ ਦੱਸਿਆ ਸੀ। ਵੈਸੇ ਮੇਰੀ ਅੰਟਾਰੀਓ ਤੇ ਬਰੈਂਪਟਨ ਦੇ ਨੇੜੇ ਹੀ ਸੀ ਲੋਕੇਸ਼ਨ। ਓਕੇ ਓਕੇ, ਠੀਕ ਹੈ। ਕਿੰਨੀ ਦੇਰ ਚ ਆ ਗਿਆ ਵੀਜ਼ਾ? 14 ਫੈਬ ਨੂੰ ਬਾਇਓਮੈਟ੍ਰਿਕ ਹੋਈ ਸੀ, 19 ਫੈਬ ਨੂੰ ਆ ਗਿਆ ਸੀ। 5 ਦਿਨਾਂ ਚ ਆ ਗਿਆ। 5 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ। ਸੋ ਪੂਰਾ ਸੈਟੀਸਫਾਈਡ ਹੋ ਲੈਂਡਮਾਰਕ ਦੀਆਂ ਸਰਵਿਸਿਜ਼ ਤੋਂ? ਕਿਹੜੇ ਇਨਟੇਕ ਵਾਸਤੇ ਜਾ ਰਹੇ ਹੋ? ਮਈ ਇਨਟੇਕ ਵਾਸਤੇ। ਮਈ ਇਨਟੇਕ। ਤੇ ਫਲਾਈਟ ਹੋ ਗਈ ਬੁੱਕ? ਹਾਂਜੀ ਮੈਮ। ਕਦੋਂ ਦੀ? 26 ਅਪ੍ਰੈਲ। 26 ਅਪ੍ਰੈਲ ਦੀ। ਓਕੇ, ਠੀਕ ਹੈ ਜੀ। ਸੋ ਕੋਈ ਮੈਸੇਜ ਜਿਹੜਾ ਦੇਣਾ ਚਾਹੋ? ਮੈਮ ਵੀ ਬਹੁਤ ਖੁਸ਼ ਹਾਂ, ਮੈਂ ਲੈਂਡਮਾਰਕ ਤੋਂ ਬਹੁਤ ਸੈਟੀਸਫਾਈਡ ਹਾਂ। ਇਹਨਾਂ ਦੀ ਹੈਲਪਫੁਲ ਆ ਸਾਰਾ ਸਟਾਫ, ਸਪੈਸ਼ਲੀ ਪ੍ਰਭਜੋਤ ਸਰ ਐਂਡ ਰਿਕੀ ਮੈਮ। ਓਕੇ ਜੀ, ਚਲੋ ਕੰਗ੍ਰੈਚੁਲੇਸ਼ਨ, ਬੈਸਟ ਆਫ ਲੱਕ। ਸੋ ਜੀ ਇੱਕ ਹੋਰ ਸਟੂਡੈਂਟ ਮੇਰੇ ਨਾਲ, ਇਹਨਾਂ ਦਾ ਵੀ ਵੀਜ਼ਾ ਆ ਗਿਆ ਕੈਨੇਡਾ ਦਾ। ਕੰਗ੍ਰੈਚੁਲੇਸ਼ਨ। ਥੈਂਕ ਯੂ ਮੈਮ। ਕੀ ਨਾਮ ਹੈ? ਜੁਝਾਰ ਸਿੰਘ। ਓਕੇ ਜੀ, ਪੂਰੀ ਫੈਮਿਲੀ ਨੂੰ ਮੁਬਾਰਕਾਂ ਜੀ। ਓਕੇ, ਕਦੋਂ ਜਾ ਰਹੇ ਹੋ, ਕਿਹੜੇ ਇਨਟੇਕ ਵਾਸਤੇ? ਮਈ ਇਨਟੇਕ। ਮਈ ਇਨਟੇਕ। ਫਲਾਈਟ ਹੋ ਗਈ ਬੁੱਕ? ਜਸ ਮੈਮ। ਕਦੋਂ ਦੀ? 24th ਅਪ੍ਰੈਲ। 24 ਅਪ੍ਰੈਲ। ਤੇ ਕਿਹੜੀ ਅੱਗੇ ਹੁਣ ਕਿਹੜੀ ਲੋਕੇਸ਼ਨ ਤੇ ਜਾ ਰਹੇ ਹੋ, ਕਿਹੜੇ ਕਾਲਜ, ਕਿਹੜੀ ਸਟਰੀਮ? ਮੈਮ ਨਾਇਗਰਾ ਕਾਲਜ ਜਾ ਰਹੇ ਹਾਂ। ਕੋਰਸ ਹੈਗਾ ਜਰਨਲ ਆਰਟਸ ਐਂਡ ਸਾਇੰਸ, ਕਾਲਜ ਐਕਸਪਲੋਰੇਸ਼ਨ। ਓਕੇ, ਕਿੰਨੀ ਦੇਰ ਦਾ ਕੋਰਸ ਹੈ? 1 ਈਅਰ ਦਾ ਮੈਮ। 1 ਈਅਰ। ਉਸ ਤੋਂ ਬਾਅਦ ਫਿਰ ਐਕਸਟੈਂਡ ਕਰਵਾਓਗੇ ਸਟੱਡੀ? ਹਾਂਜੀ। ਓਕੇ, ਠੀਕ ਹੈ। ਤੇ ਇਹੀ ਚਾਹੀਦੀ ਸੀ ਲੋਕੇਸ਼ਨ? ਲੋਕੇਸ਼ਨ ਹਾਂਜੀ ਮੈਮ। ਖੁਦ ਦੱਸਿਆ ਸੀ ਇਹਨਾਂ ਨੂੰ ਕਿ ਲੈਂਡਮਾਰਕ ਨੇ ਸੁਜੈਸਟ ਕੀਤੀ? ਖੁਦ ਵੀ ਤੇ ਮੈਮ ਨੇ ਵੀ ਸੁਜੈਸ਼ਨ ਕੀਤੀ। ਓਕੇ, ਜੋ ਮਤਲਬ ਕਿ ਤੁਸੀਂ ਦੱਸ ਦਿੱਤਾ ਇੱਥੇ ਜਾਣਾ ਤੇ ਉਹੀ ਉਹਨਾਂ ਨੇ ਦੇਤੀ। ਇੱਥੋਂ ਦਾ ਕੀ ਪ੍ਰੋਫਾਈਲ ਹੈ ਤੁਹਾਡਾ? ਕੀ ਸਟੱਡੀ ਕੀਤੀ? ਕਿੰਨੇ ਪਰਸੈਂਟ ਮਾਰਕਸ? ਆਇਲਸ ਤੋਂ ਕਿੰਨੇ ਬੈਂਡਸ? ਮੈਮ ਮੈਂ 12th ਕੀਤੀ ਆ ਵਿਦ ਮੈਡੀਕਲ ਸਟਰੀਮ ਐਂਡ ਆਈ ਗੋਟ 68% ਐਂਡ ਆਫਟਰ ਦੈਟ ਆਈ ਗੋਟ ਓਵਰਆਲ 6 ਵਿਦ 5.5 ਇਨ ਈਚ ਮੋਡਿਊਲ। ਇਨ ਈਚ ਮਿਡ। ਓਕੇ ਓਕੇ। ਤੇ ਕਿਹੜੀ ਸਟਰੀਮ ਚ ਕੀਤੀ ਹੈ +2? ਮੈਡੀਕਲ ਸਟਰੀਮ। ਮੈਡੀਕਲ 2019 ਚ ਹੋਈ ਕੰਪਲੀਟ? ਹਾਂਜੀ ਹਾਂਜੀ। ਓਕੇ ਓਕੇ। ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਦਾ? ਮੈਮ ਰਿਲੇਟਿਵਸ ਨਹੀਂ ਦੱਸੇ, ਉਹਨਾਂ ਦੇ ਵੀਜ਼ੇ ਇੱਥੇ ਹੀ। ਓਕੇ ਓਕੇ, ਠੀਕ ਹੈ। ਤੇ ਇਸ ਤੋਂ ਇਲਾਵਾ ਸਰਚ ਵੀ ਕੀਤਾ, ਕਿਤੇ ਹੋਰ ਗਏ ਸੀਗੇ? ਨਹੀਂ, ਹੋਰ ਲੈਂਡਮਾਰਕ ਹੀ ਸੀ ਉਹਨਾਂ ਨੇ ਦੱਸਿਆ। ਹਾਂਜੀ। ਓਕੇ, ਚੰਡੀਗੜ੍ਹ ਆਫਿਸ ਚ ਆਏ ਸੀਗੇ? ਨਹੀਂ ਮੈਮ, ਲੁਧਿਆਣਾ। ਲੁਧਿਆਣਾ। ਕਾਉਂਸਲਰ ਕੌਣ ਸੀਗੇ? ਮੈਮ ਨਮੀਸ਼ਾ ਮੈਮ ਸੀ। ਓਕੇ, ਕਿੰਨੀ ਦੇਰ ਚ ਆ ਗਿਆ ਵੀਜ਼ਾ? ਬਾਇਓਮੈਟ੍ਰਿਕਸ ਤੋਂ ਵਿਦਿਨ 8 ਡੇਜ਼ ਟੂ 9 ਡੇਜ਼ ਚ ਆ ਗਿਆ। ਸੋ ਪੂਰਾ ਸੈਟੀਸਫਾਈਡ ਹੋ ਹੁਣ? ਹਾਂਜੀ ਮੈਮ, ਠੀਕ। ਓਕੇ, ਸੋ ਤੁਹਾਨੂੰ ਵੀ ਮੁਬਾਰਕਾਂ ਜੀ। ਥੈਂਕ ਯੂ। ਸੋ ਤੁਸੀਂ ਪੂਰਾ ਸੈਟੀਸਫਾਈਡ ਹੋ ਲੈਂਡਮਾਰਕ? ਹਾਂਜੀ 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 ਮੈਮ, ਠੀਕ ਹੈ। ਕੋਈ ਬਹੁਤ ਵਧੀਆ ਸ਼ਿਕਾਇਤ ਤਾਂ ਨਹੀਂ? ਨਹੀਂ ਜੀ, ਕੋਈ ਸ਼ਿਕਾਇਤ ਨਹੀਂ। ਵਧੀਆ ਸਰਵਿਸ ਹੈ ਜੀ ਤੁਹਾਡੀ। ਓਕੇ ਜੀ, ਓਕੇ। ਕੰਗ੍ਰੈਚੁਲੇਸ਼ਨ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।